ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਦਾ ਪ੍ਰਾਈਮ ਟਾਈਮ। ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ ਤੇ ਰੁਕ ਕਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਦੀ ਵੱਲ। ਫਿਰੋਜ਼ਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਜੇਲ੍ਹ ਤੋਂ 216 ਮੋਬਾਈਲ ਕੀਤੇ ਬਰਾਮਦ। ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਲੈ ਕੇ ਤਰਨਤਾਰਨ 'ਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਕੀਤੀ ਪ੍ਰੈਸ ਕਾਨਫਰੰਸ। ਰਾਮ ਰਹੀਮ ਦੀ 90 ਦਿਨਾਂ ਦੀ ਸਜ਼ਾ ਮਾਫ, ਹਰਿਆਣਾ ਸਰਕਾਰ ਦਾ ਫੈਸਲਾ। 10 ਸਾਲ ਤੋਂ ਵੱਧ ਸਜ਼ਾ ਵਾਲੇ ਕੈਦੀਆਂ ਨੂੰ 3 ਮਹੀਨੇ ਦੀ ਦਿੱਤੀ ਛੂਟ। ਅੰਮ੍ਰਿਤਸਰ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਆਇਆ ਸਾਹਮਣੇ। ਗਟਰ ਦੇ ਵਿੱਚ ਇੱਕ ਨਵਜਨਮੇ ਬੱਚੇ ਦੀ ਮਿਲੀ ਲਾਸ਼, ਪੁਲਿਸ ਜਾਂਚ ਵਿੱਚ ਜੁਟੀ। ਸਰਦੂਲਗੜ੍ਹ ਦੇ ਵਿਧਾਇਕ ਤੇ ਲੜਕੀ ਨੂੰ ਨੌਕਰੀ ਖੋਹਣ ਦੇ ਲਗਾਏ ਦੋਸ਼, ਆਪਣੇ ਚਹੇਤਿਆਂ ਨੂੰ ਰੱਖਣ ਦੀ ਕਰ ਰਹੇ ਨੇ ਸਿਫਾਰਿਸ਼। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕੀਤੀ ਮੁਲਾਕਾਤ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਨਹੀਂ ਮਿਲੀ ਹਾਈ ਕੋਰਟ ਤੋਂ ਕੋਈ ਰਾਹਤ, ਸੁਣਵਾਈ ਟਲੀ। ਮੋਹਾਲੀ ਪੁਲਿਸ ਦੀ ਵੱਡੀ ਪ੍ਰਾਪਤੀ, ਇੰਟਰਨੈਸ਼ਨਲ ਮਨੁੱਖੀ ਤਸਕਰ ਅਤੇ ਕਿਡਨੈਪਰਸ ਗ੍ਰਿਫਤਾਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਫਿਰੋਜ਼ਪੁਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਹਾਸਿਲ ਹੋਈ ਹੈ, ਜਿੱਥੇ ਕਿ 216 ਮੋਬਾਈਲ ਜਿਹੜੇ ਕਿ ਚੋਰੀ ਹੋਏ ਸੀਗੇ ਉਹ ਲੋਕਾਂ ਨੂੰ ਵਾਪਸ ਕੀਤੇ ਗਏ। ਦੱਸ ਦਈਏ ਕਿ ਕਈ ਦਿਨ ਪਹਿਲਾਂ ਜਿਹੜਾ ਹੈ ਸ਼ਿਕਾਇਤ ਕੀਤੀ ਗਈ ਸੀ ਪੁਲਿਸ ਦੇ ਕੋਲ ਕਿ ਉਹਨਾਂ ਦੇ ਮੋਬਾਈਲ ਖੋਹ ਲਿੱਤੇ ਗਏ ਨੇ, ਜਿਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਹੈ ਤੇ ਇਸ ਵਿੱਚ ਕੁਝ ਜੇਲ੍ਹ ਦੇ ਵਿੱਚ ਬੰਦ ਲੋਕ ਤੇ ਇਸ ਤੋਂ ਇਲਾਵਾ ਕੁਝ ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਨੇ ਤੇ ਸਾਈਬਰ ਸੈੱਲ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਜਿੰਨੇ ਵੀ ਪਿਛਲੇ ਸਮੇਂ ਵਿੱਚ ਗੁੰਮੇ ਹੋਏ ਤੇ ਲੋਸਟ ਮੋਬਾਈਲ ਫੋਨ ਸੀ, ਜਨਰਲ ਪਬਲਿਕ ਨੇ ਸਾਨੂੰ ਰਿਪੋਰਟ ਕੀਤੀ ਸੀ, ਉਹਨਾਂ ਨੂੰ ਟ੍ਰੇਸ ਕਰਕੇ 216 ਮੋਬਾਈਲ ਫੋਨਸ ਉਹਨਾਂ ਨੂੰ ਅੱਜ ਵਾਪਸ ਕੀਤੇ ਜਾ ਰਹੇ ਹਨ। ਪਬਲਿਕ ਨੇ ਇੱਥੇ ਆ ਕੇ ਫਿਰੋਜ਼ਪੁਰ ਪੁਲਿਸ ਦਾ ਬਹੁਤ ਧੰਨਵਾਦ ਕੀਤਾ। ਸਾਡਾ ਇਹ ਜੈਸਚਰ ਪਬਲਿਕ ਲਈ ਇਸ ਕਰਕੇ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵਿਸ਼ਵਾਸ ਹੋਏ, ਕੋਈ ਵੀ ਪੁਲਿਸ ਕੋਲ ਕੰਪਲੇਂਟ ਆਉਂਦੀ ਹੈ ਉਹਦੇ ਤੇ ਤੁਰੰਤ ਕਾਰਵਾਈ ਕਰਦੇ ਹਾਂ। ਅਸੀਂ ਉਹਨਾਂ ਦੀ ਸਹਾਇਤਾ ਲਈ ਹਮੇਸ਼ਾ ਮੌਜੂਦ ਹਾਂ। ਇਸ ਤੋਂ ਇਲਾਵਾ ਜਿਹੜੇ ਗੁੰਮ ਹੋਏ ਮੋਬਾਈਲ ਹੈ, ਇਸ ਤੋਂ ਇਲਾਵਾ ਕੁਝ ਸਨੈਚ ਮੋਬਾਈਲਸ ਵੀ ਸਾਨੂੰ ਮਿਲੇ ਸੀ, ਜੋ ਕਿ ਕੰਸਰਨਡ ਕੇਸਿਸ ਵਿੱਚ ਅਰੈਸਟ ਕੀਤੇ ਗਏ ਬੰਦੇ ਮੋਬਾਈਲ ਰਿਕਵਰ ਕੀਤੇ ਗਏ ਤੇ ਉਹ ਅਲੱਗ ਤੌਰ ਤੇ ਕਿਉਂਕਿ ਉਹਦੇ 'ਚ ਕੋਰਟ ਦਾ ਪ੍ਰੋਸੀਜਰ ਹੁੰਦਾ ਹੈ, ਉਹਨਾਂ ਦੀ ਪਰਮਿਸ਼ਨ ਲੈ ਕੇ ਉਹ ਵਾਪਸ ਕੀਤੇ ਜਾਣਗੇ। ਤੇ ਸਨੈਚਰਸ ਦੇ ਖਿਲਾਫ ਐਕਸ਼ਨ 'ਚ ਪਿਛਲੇ 2 ਮਹੀਨੇ 'ਚ ਫਿਰੋਜ਼ਪੁਰ ਪੁਲਿਸ ਨੇ 6 ਸਨੈਚਰ ਗੈਂਗਸ ਵੱਡੇ ਫੜੇ ਹੈ, ਜਿਨ੍ਹਾਂ ਤੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਮੋਬਾਈਲ ਵੀ ਬਰਾਮਦ ਹੋਏ ਹੈ ਤੇ ਹੋਰ ਵੀ ਵਾਰਦਾਤਾਂ ਸਾਡੀਆਂ ਕਾਫੀ ਟਰੇਸ ਹੋਈਆਂ। ਪਿਛਲੇ ਸਮੇਂ ਵਿੱਚ ਸਨੈਚਿੰਗ ਦੀ ਵਾਰਦਾਤਾਂ ਕਾਫੀ ਘਟ ਗਈਆਂ ਸ਼ਹਿਰ ਵਿੱਚ ਤੇ ਅੱਗੇ ਵੀ ਇਹੀ ਕੰਮ ਚੰਗਾ ਕੰਮ ਜਾਰੀ ਰਹੇਗਾ। ਚਾਈਨਾ ਡੋਰਾਂ ਨੂੰ ਲੈ ਕੇ ਮੋਬਾਈਲ ਜਿਹੜੇ ਤੁਸੀਂ ਅੱਜ ਦਿੱਤੇ ਆ, ਅੱਜ 216 ਗੁੰਮ ਹੋਏ ਮੋਬਾਈਲਸ ਲੰਬੇ ਸਮੇਂ ਤੋਂ ਜਿਹੜੇ ਗੁੰਮ ਹੋਏ ਸੀ ਉਹ ਅਸੀਂ ਸਾਰੇ ਓਨਰਸ ਨੂੰ ਬੁਲਾ ਕੇ ਉਹਨਾਂ ਨੂੰ ਵਾਪਸ ਕੀਤੇ ਗਏ। ਚਾਈਨਾ ਡੋਰ ਬਸੰਤ ਆ ਰਿਹਾ, ਫਿਰੋਜ਼ਪੁਰ ਦੇ ਵਿੱਚ ਚਾਈਨਾ ਡੋਰ ਬਹੁਤ ਹਿਊਜ ਜਿਹੜੀ ਇੱਥੇ ਯੂਜ਼ ਕੀਤੀ ਜਾਂਦੀ, ਉਹਦੇ ਵਾਸਤੇ ਤੁਸੀਂ ਕੀ ਕੀਤਾ? ਹੁਣ ਤੱਕ ਕਿੰਨੀ ਚਾਈਨਾ ਡੋਰ ਲਈ ਆਪਾਂ ਨਵੰਬਰ ਦੇ ਮਹੀਨੇ ਤੋਂ ਹੀ ਇੱਕ ਸਪੈਸ਼ਲ ਡਰਾਈਵ ਸ਼ੁਰੂ ਕਰਦੇ, ਵੱਡੇ ਡੀਲਰਸ ਤੇ ਹੋਲਸੇਲਰਸ ਨੂੰ ਵੀ ਫੜਿਆ ਹੈ। ਕਈ ਡੀਲਰਸ ਤੋਂ 2-2, 300 ਗੱਟੂ ਵੀ ਬਰਾਮਦ ਕੀਤੇ ਗਏ ਹੈ। ਹੁਣ ਤੱਕ ਤਕਰੀਬਨ 11 FIRs ਉਹਨਾਂ ਤੇ ਲੌਂਚ ਹੋ ਚੁੱਕੀਆਂ ਹੈ। ਕੁਝ FIRs ਜਿਨ੍ਹਾਂ ਦੀ ਵੱਡੀ ਰਿਕਵਰੀ ਹੈ, ਅਟੈਂਪਟ ਟੂ ਮਰਡਰ 307 'ਚ ਵੀ ਅਸੀਂ ਦਰਜ ਕੀਤੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਇੰਟੈਂਸ਼ਨਸ ਬਹੁਤ ਮਾੜੀਆਂ ਸੀ, ਜੇ ਚਾਈਨਾ ਡੋਰ ਵੇਚ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਹੁਣ ਵੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਬਸੰਤ ਪੰਚਮੀ ਦਾ ਤਿਉਹਾਰ ਜਿਹੜਾ ਸ਼ਾਂਤੀਪੂਰਵਕ ਮਨਾਇਆ ਜਾਵੇ, ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਤੇ ਨਾਰਮਲ ਡੋਰ ਦੀ ਵਰਤੋਂ ਕੀਤੀ ਜਾਵੇ, ਤਾਂ ਕਿ ਜਿਹੜੇ ਇਨਸਾਨਾਂ ਦੀ ਜਾਨ ਅਤੇ ਪੰਛੀਆਂ ਦੀ ਜਾਨ ਨੂੰ ਕੋਈ ਵੀ ਖਤਰਾ ਨਾ ਹੋਵੇ। ਜਿਹੜਾ ਵੀ ਯੂਜ਼ ਕਰਨ ਵਾਲਾ ਵੀ ਹੈ ਉਹਦੇ ਤੇ ਵੀ ਬਰਾਬਰ ਕਾਰਵਾਈ ਕਰਾਂਗੇ, ਕਿਉਂਕਿ 144 ਦੇ ਆਰਡਰਸ ਬਿਲਕੁਲ ਕਲੀਅਰ ਨੇ। ਮੈਡਮ, ਸਨੈਚਿੰਗ ਦੇ ਜਿਹੜੇ ਮੋਬਾਈਲ ਨੇ ਜਿਨ੍ਹਾਂ ਨੇ ਖਰੀਦੇ ਨੇ ਉਹਨਾਂ ਤੇ ਐਕਸ਼ਨ ਹੋਏਗਾ? ਬਿਲਕੁਲ ਜੀ, ਬਿਲਕੁਲ। ਸਨੈਚਿੰਗ ਦੇ ਮੋਬਾਈਲ ਜਿਹੜੇ ਰਿਕਵਰ ਹੋ ਰਹੇ ਹੈ, ਜਿੱਥੋਂ ਚੱਲੇ ਹੈ, ਜਿਹਨੇ ਖਰੀਦੇ ਹੈ ਤੇ ਜਿਹਨੇ ਵੇਚੇ ਹੈ, ਸਾਰੇ ਬੁੱਕ ਕੀਤੇ ਜਾ ਰਹੇ ਹੈ। ਮੈਂ ਜਿਵੇਂ ਦੱਸਿਆ 6 ਗੈਂਗ ਅਸੀਂ ਬਸਟ ਕਰ ਚੁੱਕੇ ਹਾਂ ਸਨੈਚਿੰਗ ਵਾਲੇ ਮੋਬਾਈਲਸ ਦੇ, ਰਿਕਵਰ ਕਰਕੇ ਪ੍ਰੋਪਰ ਕੋਰਟ ਦੇ ਪ੍ਰੋਸੀਜਰ ਤੋਂ ਬਾਅਦ ਉਹ ਵਾਪਸ ਕੀਤੇ ਜਾਣਗੇ। ਇੱਕ ਗੱਲ ਬੜੀ ਤਰਨਤਾਰਨ 'ਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਿੱਤੇ ਗਏ ਅਸਤੀਫੇ ਦਾ ਜ਼ਿਕਰ ਕੀਤਾ। ਇਸ ਦੇ ਇਲਾਵਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਟੇਟ ਨੂੰ ਹੁਣ ਸਟੇਜ ਸਮਝ ਰਹੇ ਨੇ ਅਤੇ ਲਗਾਤਾਰ ਚੁਟਕਲੇ ਰਾਹੀਂ ਪੰਜਾਬ ਦੀ ਗੱਲ ਜਿਹੜੀ ਹੈ ਉਹ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ ਨੇ। ਝੰਡਾ ਸਾਡਾ ਉਹ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਜਸਵੀਰ ਸਿੰਘ ਗਿੱਲ ਡਿੰਪਾ ਜੀ ਲਹਿਰਾਉਣਗੇ। ਸਾਰੇ ਸਾਡੇ PCC ਦੇ ਮੈਂਬਰ, ਸਾਰੇ ਸਾਬਕਾ MLA ਸਾਹਿਬਾਨ, ਬਲਾਕ ਪ੍ਰਧਾਨ, ਸਾਰੇ ਵਰਕਰ ਸਾਹਿਬਾਨ ਸਾਡੇ ਇੱਥੇ ਆ ਰਹੇ ਨੇ ਔਰ ਉਸ ਦਿਨ ਅਸੀਂ 26 ਜਨਵਰੀ ਨੂੰ ਹੀ ਇਹ ਜਿਹੜਾ ਸਾਡਾ ਦਫ਼ਤਰ ਹੈ ਇਹਦੀ ਰੈਨੋਵੇਸ਼ਨ, ਇਹਦੀ ਰਿਪੇਅਰ, ਇਹਦੇ ਨਵੀਨੀਕਰਨ ਦਾ ਅਸੀਂ ਨੀਂਹ ਪੱਥਰ ਰੱਖਾਂਗੇ ਔਰ ਉਹ ਡਿੰਪਾ ਜੀ ਰੱਖਣਗੇ। ਔਰ ਕਿਉਂਕਿ ਅੱਜ ਦੀਆਂ ਲੋੜਾਂ ਦੇ ਮੁਤਾਬਕ ਸਾਨੂੰ ਇਹਨੂੰ ਅਪਡੇਟ ਕਰਨਾ, ਇਹਨੂੰ ਰੈਨੋਵੇਟ ਕਰਨਾ ਬੜੀ ਵੱਡੀ ਜ਼ਰੂਰਤ ਸੀ, ਕਿਉਂਕਿ ਮੈਨੂੰ ਬੜੀ ਇਸ ਗੱਲ ਦੇ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਕਿਸੇ ਵੇਲੇ
1953 ਦੇ ਵਿੱਚ 26 ਜਨਵਰੀ 1953 ਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੀ ਨੇ ਇੱਥੇ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ ਸੀ ਔਰ ਉਧਰ ਦੇ ਪਾਸੇ ਸਾਡੇ ਬਲਾਕ ਦਫ਼ਤਰ ਦਾ ਨੀਂਹ ਪੱਥਰ ਰੱਖਿਆ ਸੀ ਔਰ ਸਦੀਆਂ ਬੀਤ ਚੱਲੀਆਂ ਨੇ, ਬਹੁਤ ਲੰਮਾ ਕਈ ਦਹਾਕੇ ਬੀਤ ਗਏ ਨੇ ਇਸ ਗੱਲ ਨੂੰ। ਔਰ ਇਹ ਜਗ੍ਹਾ ਜਿਹੜੀ ਹੈ ਸਾਡਾ ਉਸ ਤੋਂ ਜ਼ਿਲ੍ਹਾ ਬਣਨ ਤੋਂ ਬਾਅਦ ਇਹ ਸਾਡਾ ਮੰਦਿਰ ਹੈ, ਸਾਡਾ ਪਲੇਸ ਆਫ ਵਰਸ਼ਿਪ ਆ। ਇੱਥੋਂ ਤਾਕਤ ਲੈ ਕੇ ਅਸੀਂ ਸਰਕਾਰਾਂ ਬਣਾਉਂਦੇ ਆ, ਤਾਕਤ ਲੈਂਦੇ ਆ, ਵਰਕਰਾਂ ਨੂੰ એનર્ਜੀ ਮਿਲਦੀ ਆ, એનર્ਜੀ ਬੂਸਟਰ ਆ। ਔਰ ਇਸ ਅੱਜ ਦੀਆਂ ਲੋੜਾਂ ਦੇ ਮੁਤਾਬਕ ਦਫ਼ਤਰ ਨੂੰ ਚਲਾਉਣਾ ਮੇਰੀ ਜ਼ਿੰਮੇਵਾਰੀ ਪਾਰਟੀ ਨੇ ਲਾਈ ਆ ਜ਼ਿਲ੍ਹੇ ਦੇ ਪ੍ਰਧਾਨ ਦੇ ਤੌਰ ਤੇ। ਔਰ ਮੈਂ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਥੇ ਇਸ ਬਿਲਡਿੰਗ ਨੂੰ ਨਵੇਂ ਸਿਰੇ ਤੋਂ ਵਧੀਆ ਤਰੀਕੇ ਨਾਲ ਰੈਨੋਵੇਟ ਕਰਨਾ ਚਾਹੁੰਦਾ, ਨਵੀਨੀਕਰਨ ਕਰਨਾ ਚਾਹੁੰਦਾ। ਔਰ ਨਾਲ ਦੀ ਨਾਲ ਕੱਲ੍ਹ 26 ਜਨਵਰੀ ਤੋਂ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਸਾਡੇ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਉਹਨਾਂ ਵੱਲੋਂ ਹਾਥ ਸੇ ਹਾਥ ਜੋੜੋ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਕੱਲ੍ਹ ਅਸੀਂ ਉਹਦੀ ਵੀ ਸ਼ੁਰੂਆਤ ਇੱਥੇ ਕਰਾਂਗੇ ਉਸ ਪ੍ਰੋਗਰਾਮ ਦੀ। ਔਰ ਜਿਹੜਾ ਸੰਦੇਸ਼ਾ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਟਰ ਤੋਂ ਸਾਡੇ ਪ੍ਰਧਾਨ ਮੱਲਕਾਰਜੁਨ ਖੜਗੇ ਸਾਹਿਬ ਵੱਲੋਂ, ਸਾਡੇ ਰਾਹੁਲ ਗਾਂਧੀ ਜੀ ਵੱਲੋਂ ਜਿਹੜਾ ਸੰਦੇਸ਼ ਆਏਗਾ ਉਹਦੇ ਮੁਤਾਬਕ 2 ਮਹੀਨੇ ਦੀ ਕੰਪੇਨ ਹੈ, ਲੋਕਾਂ ਨਾਲ ਕਨੈਕਟੀਵਿਟੀ ਦੀ, ਲੋਕਾਂ ਨਾਲ ਸੰਪਰਕ ਜੋੜਨ ਦੀ, ਹਰ ਇੱਕ ਤਬਕੇ ਨੂੰ ਨਾਲ ਲੈਣ ਦੀ, ਹਰ ਇੱਕ ਵਰਗ ਨੂੰ ਨਾਲ ਲੈਣ ਦੀ ਸਾਡੀ ਕੰਪੇਨ ਹੋਏਗੀ। ਔਰ ਉਸ ਸਮੇਂ ਦੇ ਦੌਰਾਨ ਅਸੀਂ ਕੱਲ੍ਹ ਰਸਮੀ ਸ਼ੁਰੂਆਤ ਕਰਾਂਗੇ ਔਰ 2 ਮਹੀਨੇ ਲਗਾਤਾਰ ਜਿਹੜਾ ਸੰਦੇਸ਼ ਸ਼੍ਰੀ ਰਾਹੁਲ ਗਾਂਧੀ ਜੀ ਲੈ ਕੇ ਚੱਲੇ ਨੇ, ਜਿਸ ਤਹਿਤ ਉਹਨਾਂ ਦੀ ਯਾਤਰਾ ਬੜੀ ਸਫਲਤਾਪੂਰਵਕ ਆਖਰੀ ਪੜਾਅ ਵਿੱਚ ਪਹੁੰਚ ਗਈ ਹੈ ਔਰ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਇਸ ਯਾਤਰਾ ਦੇ ਦੌਰਾਨ ਸਭ ਤੋਂ ਵੱਡੀ ਗੱਲ ਕੋਈ ਗੜਬੜ ਨਹੀਂ ਹੋਈ, ਕੋਈ ਭੜਕਾੜ ਨਹੀਂ ਪੈਦਾ ਹੋਈ, ਕਿਸੇ ਥਾਂ ਤੇ ਕੋਈ ਅਪੱਧਰ ਨਹੀਂ ਹੋਇਆ। ਜਦੋਂ ਕਿ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਦੀ ਜਿਹੜੀ ਰੱਥ ਯਾਤਰਾ ਸੀ ਉਹਨੇ ਬਹੁਤ ਕੁਝ ਹਿੰਦੁਸਤਾਨ ਦੇ ਵਿੱਚ ਵੰਡੀਆਂ ਪਾਈਆਂ ਸੀ ਔਰ ਇਹ ਯਾਤਰਾ ਇਹ ਜੋੜਨ ਵਾਲੀ ਯਾਤਰਾ ਹੈ। ਹਰ ਕਿਸਮ ਦੇ ਲੋਕ ਫਖਰ ਮਹਿਸੂਸ ਕਰਦੇ ਆ ਯਾਤਰਾ ਵਿੱਚ ਸ਼ਾਮਲ ਹੋ ਕੇ, ਸਟੂਡੈਂਟਸ ਵੀ, ਬੱਚੇ ਵੀ, ਫੌਜੀ ਵੀ ਔਰ ਛੋਟੇ ਦੁਕਾਨਦਾਰ ਵੀ, ਛੋਟੇ ਕਾਰਖਾਨੇਦਾਰ ਵੀ। ਔਰ 30 ਤਰੀਕ ਨੂੰ ਇਹਦੀ ਕਲਮੀਨੇਸ਼ਨ ਹੋਣੀ ਹੈ ਸ਼੍ਰੀਨਗਰ ਦੇ ਵਿੱਚ। ਔਰ ਮੈਂ ਜੋ ਮਹਿਸੂਸ ਕਰਦਾ ਹੈ ਕਿ ਇਸ ਯਾਤਰਾ ਕਰਕੇ ਰਾਹੁਲ ਗਾਂਧੀ ਜੀ ਦਾ ਕੱਦ ਜਿਹੜਾ ਹੈ ਉਹ ਬਹੁਤ ਵੱਡਾ ਹੋ ਗਿਆ। ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਉਹਨਾਂ ਦਾ ਕੱਦ ਬਹੁਤ ਵੱਡਾ ਸਾਬਤ ਹੋਇਆ ਹੈ ਔਰ ਇਹ ਗੱਲ ਸਾਬਤ ਹੋਈ ਹੈ ਕਿ ਹਿੰਦੁਸਤਾਨ 'ਚ ਸਭ ਤੋਂ ਮਜ਼ਬੂਤ ਲੀਡਰ ਨੇ, ਮਜ਼ਬੂਤ ਇਰਾਦੇ ਵਾਲੇ ਔਰ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ, ਸਾਰੇ ਧਰਮਾਂ ਨੂੰ, ਸਾਰੀਆਂ ਜਾਤਾਂ ਨੂੰ, ਸਾਰੇ ਤਬਕਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੀਡਰ ਨੇ। ਔਰ ਇਹ ਬਹੁਤ ਵੱਡੀ ਖੁਸ਼ੀ ਹੈ ਔਰ ਜੋ ਰਿਸਪੌਂਸ ਲੋਕਾਂ ਦਾ ਮਿਲਿਆ ਹੈ, ਓਵਰਵੈਲਮਿੰਗ ਰਿਸਪੌਂਸ ਹੈ ਔਰ ਉਹ ਗੱਲ ਸਾਡੀ ਸੈਟੀਸਫੈਕਸ਼ਨ ਹੈ ਕਿ ਪਰਮਾਤਮਾ ਨੇ ਕਿਰਪਾ ਕੀਤੀ ਹੈ। ਹਰਿਆਣਾ ਸਰਕਾਰ ਨੇ ਡੇਰਾ ਮੁਖੀ ਰਾਮ ਰਹੀਮ ਦੀ 90 ਦਿਨੇ ਦੀ ਸਜ਼ਾ ਨੂੰ ਮਾਫ ਕਰ ਦਿੱਤਾ ਹੈ। ਸਰਕਾਰ ਨੇ ਗਣਤੰਤਰ ਦਿਵਸ ਤੇ ਫੈਸਲਾ ਕੀਤਾ ਹੈ ਕਿ 10 ਸਾਲ ਤੋਂ ਵੱਧ ਦੇ ਸਜ਼ਾ ਯਾਫਤਾ ਕੈਦੀਆਂ ਨੂੰ 3 ਮਹੀਨੇ ਦੀ ਛੂਟ ਦਿੱਤੀ ਜਾਏਗੀ। ਸਰਕਾਰ ਦੇ ਇਸ ਫੈਸਲੇ ਦਾ ਫਾਇਦਾ ਡੇਰਾ ਮੁਖੀ ਨੂੰ ਹੋਵੇਗਾ। ਹਾਲੇ ਰਾਮ ਰਹੀਮ ਪੈਰੋਲ ਤੇ ਬਾਹਰ ਆਏ ਹੋਏ ਨੇ। ਹਾਲਾਂਕਿ ਦੱਸ ਦਈਏ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਹਰਿਆਣਾ ਸਰਕਾਰ ਨੇ ਡੇਰਾ ਮੁਖੀ ਰਾਮ ਰਹੀਮ ਦੀ 90 ਦਿਨਾਂ ਦੀ ਸਜ਼ਾ ਨੂੰ ਮਾਫ ਕਰ ਦਿੱਤਾ ਹੈ। ਸਰਕਾਰ ਨੇ ਗਣਤੰਤਰ ਦਿਵਸ ਤੇ ਫੈਸਲਾ ਕੀਤਾ ਹੈ ਕਿ 10 ਸਾਲ ਤੋਂ ਵੱਧ ਦੇ ਸਜ਼ਾ ਯਾਫਤਾ ਕੈਦੀਆਂ ਨੂੰ 3 ਮਹੀਨੇ ਦੀ ਛੂਟ ਦਿੱਤੀ ਜਾਏਗੀ। ਸਰਕਾਰ ਦੇ ਇਸ ਫੈਸਲੇ ਦਾ ਫਾਇਦਾ ਡੇਰਾ ਮੁਖੀ ਨੂੰ ਹੋਵੇਗਾ। ਹਾਲੇ ਰਾਮ ਰਹੀਮ ਪੈਰੋਲ ਤੇ ਬਾਹਰ ਆਇਆ ਹੋਇਆ ਹੈ। ਗਣਤੰਤਰ ਦਿਵਸ ਦੇ ਮੌਕੇ ਤੇ ਸੂਬੇ ਵਿੱਚ ਅਪਰਾਧਿਕ ਅਧਿਕਾਰ ਖੇਤਰ ਦੇ ਨਿਆਲਿਆਂ ਵੱਲੋਂ ਸੁਣਾਈ ਸਜ਼ਾ ਭੁਗਤ ਰਹੇ ਕੈਦੀਆਂ ਨੂੰ 3 ਮਹੀਨੇ ਦੀ ਵਿਸ਼ੇਸ਼ ਛੂਟ ਦਿੱਤੀ ਜਾਵੇਗੀ। ਜਿਨ੍ਹਾਂ ਅਪਰਾਧੀਆਂ ਨੂੰ ਲਾਈਫ ਇੰਪ੍ਰਿਜ਼ਨਮੈਂਟ 10 ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਹੈ ਉਹਨਾਂ ਨੂੰ 90 ਦਿਨ ਹੋਰ, ਜਿਨ੍ਹਾਂ ਅਪਰਾਧੀਆਂ ਨੂੰ 5 ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਦੀ ਸਜ਼ਾ ਹੈ ਉਹਨਾਂ ਨੂੰ 60 ਦਿਨ ਦੀ ਛੂਟ ਪ੍ਰਦਾਨ ਕੀਤੀ ਜਾਏਗੀ। 5 ਸਾਲਾਂ ਤੋਂ ਘੱਟ ਦੀ ਸਜ਼ਾ ਪਾਉਣ ਵਾਲੇ ਕੈਦੀਆਂ ਨੂੰ 30 ਦਿਨਾਂ ਦੀ ਛੂਟ ਦਿੱਤੀ ਜਾਏਗੀ। ਹਰਿਆਣਾ ਦੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਯਾਨੀ ਕਿ 26 ਜਨਵਰੀ 2023 ਨੂੰ ਜੇਲ੍ਹਾਂ ਤੋਂ ਪੈਰੋਲ ਅਤੇ ਫਰਲੋ ਤੇ ਆਏ ਸਾਰੇ ਅਪਰਾਧੀਆਂ ਨੂੰ ਛੂਟ ਦਿੱਤੀ ਗਈ ਹੈ। ਸਰਕਾਰ ਨੇ ਸ਼ਰਤ ਰੱਖੀ ਕਿ ਕੈਦੀ ਆਪਣੇ ਨਿਰਧਾਰਿਤ ਸਮੇਂ ਤੇ ਸੰਬੰਧਿਤ ਜੇਲ੍ਹਾਂ ਵਿੱਚ ਆਤਮ ਸਮਰਪਣ ਕਰਦੇ ਹੈ ਤਾਂ ਉਸ ਸਥਿਤੀ ਦੇ ਵਿੱਚ ਜੇਲ੍ਹ ਦੇ ਬਚੇ ਹੋਏ ਸਮੇਂ ਦੇ ਵਿੱਚ ਇਹ ਛੂਟ ਦਿੱਤੀ ਜਾਏਗੀ। ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਵਿੱਚ ਸ਼ਾਹ ਸਤਨਾਮ ਸਿੰਘ ਦਾ 104ਵਾਂ ਅਵਤਾਰ ਦਿਵਸ ਮਨਾਇਆ ਜਾ ਰਿਹਾ ਹੈ। ਰਾਮ ਰਹੀਮ ਦੇ ਆਨਲਾਈਨ ਦਰਸ਼ਨ ਕਰਨ ਦੇ ਲਈ ਪੰਜਾਬ, ਹਰਿਆਣਾ, ਰਾਜਸਥਾਨ ਦੇ ਸ਼ਰਧਾਲੂ ਸਿਰਸਾ ਡੇਰੇ ਪਹੁੰਚ ਰਹੇ ਨੇ।
ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਟਰ ਦੇ ਵਿੱਚੋਂ ਨਵਜਨਮੇ ਬੱਚੇ ਦੀ ਲਾਸ਼ ਮਿਲੀ ਹੈ। ਇਹ ਮਾਮਲਾ ਥਾਣਾ ਗੇਟ ਹਕੀਮਾ ਦੇ ਵਿੱਚ ਪੈਂਦੇ ਇਲਾਕਾ ਰੇਲਵੇ ਕਲੋਨੀ ਬੀ ਬਲਾਕ ਦਾ ਹੈ, ਜਿੱਥੇ ਅੱਜ ਸਵੇਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਗਟਰ ਵਿੱਚ 2 ਔਰਤਾਂ ਤੇ ਇੱਕ ਵਿਅਕਤੀ ਵੱਲੋਂ ਲਿਫਾਫੇ ਦੇ ਵਿੱਚ ਕੁਝ ਸਮਾਨ ਸੀ, ਜਿਹੜਾ ਕਿ ਗਟਰ ਦੇ ਵਿੱਚ ਸੁੱਟਿਆ ਗਿਆ। ਬਾਅਦ ਦੇ ਵਿੱਚ ਜਦ ਪੁਲਿਸ ਨੇ ਉੱਥੇ ਦੇਖਿਆ ਤੇ ਉਸ ਵਿੱਚ ਇੱਕ ਨਵਜਨਮੇ ਬੱਚੇ ਦੀ ਬੋਡੀ ਮਿਲੀ। ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਗਟਰ ਦੇ ਵਿੱਚੋਂ ਨਵਜਨਮੇ ਬੱਚੇ ਦੀ ਲਾਸ਼ ਮਿਲੀ ਹੈ। ਇਹ ਮਾਮਲਾ ਥਾਣਾ ਗੇਟ ਹਕੀਮਾ ਦੇ ਵਿੱਚ ਪੈਂਦੇ ਇਲਾਕਾ ਰੇਲਵੇ ਕਲੋਨੀ ਬੀ ਬਲਾਕ ਦਾ ਹੈ, ਜਿੱਥੇ ਅੱਜ ਸਵੇਰੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਇੱਕ ਗਟਰ ਵਿੱਚੋਂ 2 ਔਰਤਾਂ ਤੇ ਇੱਕ ਵਿਅਕਤੀ ਵੱਲੋਂ ਲਿਫਾਫੇ ਦੇ ਵਿੱਚ ਕੁਝ ਸਮਾਨ ਸੀ ਗਟਰ ਵਿੱਚ ਸੁੱਟਿਆ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮੌਕੇ ਤੇ ਆ ਕੇ ਵੇਖਿਆ ਕਿ ਇੱਕ ਲਿਫਾਫੇ ਵਿੱਚ ਇੱਕ ਨਵਜਨਮੇ ਬੱਚੇ ਜਿਹੜਾ ਕਿ ਲੜਕਾ ਸੀ, ਉਸ ਦੀ ਲਾਸ਼ ਪਈ ਹੋਈ ਸੀ। ਅਸੀਂ ਲਿਫਾਫੇ ਨੂੰ ਕਬਜ਼ੇ ਵਿੱਚ ਲੈ ਕੇ ਆਲੇ ਦੁਆਲੇ ਦੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਤਾਂ ਪਤਾ ਲੱਗਿਆ ਹੈ ਕਿ ਉਹ 2 ਔਰਤਾਂ ਤੇ ਇੱਕ ਵਿਅਕਤੀ ਕੌਣ ਸੀਗੇ ਜਿਨ੍ਹਾਂ ਨੇ ਇਸ ਨਵਜਨਮੇ ਬੱਚਿਆਂ ਵਾਲਾ ਲਿਫਾਫਾ ਗਟਰ ਵਿੱਚ ਸੁੱਟਿਆ ਸੀ। ਪਤਾ ਲੱਗਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਕੀ ਮਾਮਲਾ ਜੀ? ਮੇਰਾ ਨਾਮ ਸੁਨੀਲ ਕੁਮਾਰ ਹੈ ਜੀ। ਸਾਨੂੰ ਇੱਕ ਫੋਨ ਆਇਆ ਸੀ ਤੇ ਕਹਿੰਦੇ ਜੀ ਇੱਕ ਗਟਰ ਦੇ ਵਿੱਚ ਕੋਈ ਚੀਜ਼ ਲਿਫਾਫੇ 'ਚ ਸੁੱਟ ਕੇ ਗਏ ਬੰਦੇ। 2 ਜਨਾਨੀਆਂ ਵਾ, ਲੇਡੀਜ਼ ਤੇ ਇੱਕ ਜੈਂਟਸ ਸੀ, ਸੁੱਟ ਕੇ ਤੇ ਭੱਜ ਗਏ ਆ। ਤੇ ਜਦੋਂ ਫਿਰ ਅਸੀਂ ਆ ਕੇ ਮੌਕੇ ਤੇ ਆਏ ਆ ਤੇ ਗਟਰ 'ਚੋਂ ਲਿਫਾਫਾ ਕੱਢ ਕੇ ਝੋਲਾ ਜੋ ਵੀ ਉਹ ਵੇਖਿਆ, ਉਹਦੇ ਵਿੱਚ ਇੱਕ ਜੰਮਦਾ ਬੱਚਾ ਜਿਹੜਾ ਵਾ ਤੇ ਉਹ ਵਿੱਚੋਂ ਨਿਕਲਿਆ, ਲੜਕਾ ਨਿਕਲਿਆ ਵਾ। ਤੇ ਜਿਹੜਾ ਵੀ ਆਪਾਂ ਛਾਣਬੀਣ ਬਾਕੀ ਕਰ ਰਹੇ ਆ ਵੀ ਕੈਮਰੇ ਲਾਗੇ ਜਿਹੜੇ ਲੱਗੇ ਆ, ਜਿੱਧਰ ਦੀ ਆਏ ਆ ਦੱਸਦੇ ਲੋਕ, ਅਸੀਂ ਉਧਰ ਦੀ ਕੈਮਰੇ ਚੈੱਕ ਕਰਕੇ ਤੇ ਫਿਰ ਜੋ ਵੀ ਕਾਰਵਾਈ ਬਣਦੀ ਉਹ ਕੀਤੀ ਜਾਏਗੀ। ਕੋਈ ਪਤਾ ਲੱਗ ਗਿਆ ਕੌਣ ਆ ਉਹ ਲੋਕ? ਨਹੀਂ ਹਜੇ ਤੱਕ ਨਹੀਂ ਕੋਈ ਪਤਾ ਲੱਗਾ ਜੀ ਕਿਹੜੇ ਸੁੱਟ ਕੇ ਗਏ ਆ। ਵੀ ਜਿਨ੍ਹਾਂ ਨੇ ਵੇਖਿਆ ਇੱਥੋਂ ਵੀ ਉਹ ਕਹਿੰਦੇ ਵੀ 2 ਲੇਡੀ ਸੀ, ਇੱਕ ਜੈਂਟ ਸੀ, ਜਿਹੜੇ ਵੀ ਸੁੱਟ ਕੇ ਇੱਕਦਮ ਹੀ ਜਦੋਂ ਭੱਜ ਗਏ ਆ ਤੇ ਸਾਨੂੰ ਸ਼ੱਕ ਪਿਆ ਤਾਂ ਅਸੀਂ ਚੌਂਕੀ ਤਲਾਹ ਤਾਂ ਦਿੱਤੀ ਹੈ। ਸਰ ਜਿਹੜੇ ਰਸਤੇ ਥਾਣੀ ਗਏ ਨੇ ਉਹ ਰਸਤੇ 'ਚ ਕੈਮਰੇ ਲੱਗੇ ਨੇ ਕਿ ਟ੍ਰੇਸ ਕਰਕੇ ਉਹ ਬੰਦੇ? ਹਾਂਜੀ ਉਹ ਤਾਂ ਵੇਖੋ ਜੀ ਵੀ ਆਪਾਂ ਤੇ ਹੁਣ ਆਪਾਂ ਜਿਹੜੇ ਕੈਮਰੇ ਲੱਗੇ ਆ ਉਹਨਾਂ 'ਚ ਆਪਾਂ ਟ੍ਰੇਸ ਕਰਾਂਗੇ ਵੀ ਜਿਹੜਾ ਵੀ ਜਿੱਦਾਂ ਦਾ ਇਹਨਾਂ ਨੇ ਹੁਲੀਆ ਦੱਸਿਆ ਵਾ ਉਹਦੇ ਮੁਤਾਬਕ ਆਪਾਂ ਵੇਖਾਂਗੇ ਕੈਮਰੇ 'ਚ ਵੀ ਆਉਂਦੇ ਆ ਤੇ ਫਿਰ ਜਿਹੜੀ ਜੇ ਆ ਗਏ ਤੇ ਫਿਰ ਜੋ ਕਾਰਵਾਈ ਬਣੇਗੀ ਕੀਤੀ ਜਾਏਗੀ। ਠੀਕ। ਸਹਿਕਾਰੀ ਸੁਸਾਇਟੀ ਵਿੱਚ ਨੌਕਰੀ ਦੇ ਲਈ ਸਿਲੈਕਟ ਹੋਈ ਇੱਕ ਲੜਕੀ ਵੱਲੋਂ ਆਪ ਦੇ ਵਿਧਾਇਕ ਤੇ ਉਸ ਲੜਕੀ ਦੀ ਜਗ੍ਹਾ ਆਪਣੇ ਚਹੇਤੇ ਨੂੰ ਰੱਖਣ ਦੇ ਦੋਸ਼ ਲਗਾਏ ਗਏ ਹਨ। ਉਹਨੇ ਕਿਹਾ ਹੈ ਕਿ ਕਿਸੇ ਹੋਰ ਨੂੰ ਨੌਕਰੀ ਦਿੱਤੇ ਜਾਣਾ ਚਾਹੁੰਦੇ ਨੇ। ਹਾਲਾਂਕਿ ਜਿਸ ਦੇ ਸਬੂਤ ਵਿਧਾਇਕ ਦੇ ਪੀਏ ਵੱਲੋਂ WhatsApp ਜ਼ਰੀਏ ਕਿਸੇ ਹੋਰ ਪਿੰਡ ਦੀ ਸੁਸਾਇਟੀ ਵਿੱਚ ਪੋਸਟਾਂ ਦਾ ਇਸ਼ਤਿਹਾਰ ਭੇਜਿਆ ਗਿਆ ਹੈ। ਪੀੜਿਤ ਲੜਕੀ ਵੱਲੋਂ ਵਿਧਾਇਕ ਦੇ ਨਾਲ ਬਦਸਲੂਕੀ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ। ਹਾਲਾਂਕਿ ਵਿਧਾਇਕ ਨੇ ਸਾਰੇ ਆਰੋਪੀਆਂ ਨੂੰ ਨਕਾਰ ਦਿੱਤਾ ਹੈ। ਹਲਕਾ ਸਰਦੂਲਗੜ੍ਹ ਦੇ ਪਿੰਡ ਪੱਤਾ ਮਲੋਹਾ ਦੀ ਲੜਕੀ ਗੁਰਪ੍ਰੀਤ ਕੌਰ ਨੇ ਹਲਕੇ ਦੇ ਵਿਧਾਇਕ ਤੇ ਉਸ ਦੀ ਨੌਕਰੀ ਖੋਹਣ ਦੇ ਦੋਸ਼ ਲਗਾਏ ਹਨ ਤੇ ਲੜਕੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਮਿਲ ਕੇ ਵਿਧਾਇਕ ਦੀ ਸ਼ਿਕਾਇਤ ਕਰ ਇਨਸਾਫ ਦੀ ਮੰਗ ਕੀਤੀ ਹੈ। ਪੀੜਤ ਲੜਕੀ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਸਹਿਕਾਰੀ ਸੁਸਾਇਟੀਆਂ ਵਿੱਚੋਂ 19 ਪੋਸਟਾਂ ਆਈਆਂ ਸਨ ਤੇ ਉਸਨੇ ਅਪਲਾਈ ਕੀਤਾ ਸੀ, ਜਿਸ ਤੋਂ ਬਾਅਦ ਉਸੇ ਮੈਰਿਟ ਦੇ ਆਧਾਰ ਤੇ ਸਿਲੈਕਸ਼ਨ ਹੋ ਗਈ ਸੀ, ਜਿਸ ਤੋਂ ਬਾਅਦ ਸੁਸਾਇਟੀ ਦੇ ਪ੍ਰਧਾਨ ਦੀ ਹਾਜ਼ਰੀ ਵਿੱਚ ਇੰਟਰਵਿਊ ਹੋਇਆ ਤੇ ਉਸ ਦੀ ਨੌਕਰੀ ਵੀ ਪੱਕੀ ਹੋ ਗਈ। ਲੇਕਿਨ ਬਾਅਦ ਵਿੱਚ ਪਤਾ ਲੱਗਿਆ ਕਿ ਵਿਧਾਇਕ ਗੁਰਪ੍ਰੀਤ ਸਿੰਘ ਬੰਨਾਵਾਲੀ ਵੱਲੋਂ ਆਪਣੇ ਚਹੇਤੇ ਨੂੰ ਰੱਖ ਲਿੱਤਾ ਗਿਆ ਹੈ। ਜਦੋਂ ਉਹਨਾਂ ਨੇ ਵਿਧਾਇਕ ਦੇ ਦਫ਼ਤਰ ਜਾ ਕੇ ਵਿਧਾਇਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਬਦਸਲੂਕੀ ਨਾਲ ਪੇਸ਼ ਆਏ ਤੇ ਕਹਿਣ ਲੱਗੇ ਕਿ ਮੈਂ ਜ਼ੁਬਾਨ ਦੇ ਚੁੱਕਾ ਹਾਂ, ਉਸ ਜਗ੍ਹਾ ਤਾਂ ਹੁਣ ਇਹ ਮੁੰਡਾ ਹੀ ਲੱਗੇਗਾ ਤੇ ਤੁਹਾਨੂੰ ਕਿਸੇ ਹੋਰ ਜਗ੍ਹਾ ਨੌਕਰੀ ਦੇ ਦਿੰਦੇ ਹਾਂ, ਜਿਸ ਤੋਂ ਬਾਅਦ ਮੈਂ ਮਨਾ ਕਰ ਦਿੱਤਾ ਤੇ ਇਸ ਜਗ੍ਹਾ ਤੇ ਲੱਗਣ ਲਈ ਕਿਹਾ, ਪਰ ਉਹਨਾਂ ਨੇ ਸਾਨੂੰ ਸਾਫ਼ ਕਰ ਦਿੱਤਾ ਕਿ ਜਿੱਥੇ ਮਰਜ਼ੀ ਚਲੇ ਜਾਓ, ਇਸ ਜਗ੍ਹਾ ਤਾਂ ਉਹ ਲੜਕਾ ਹੀ ਲੱਗੇਗਾ ਤੇ ਬਾਅਦ ਵਿੱਚ ਮੈਨੂੰ ਕਿਸੇ ਹੋਰ ਪਿੰਡ ਵਿੱਚ ਸੁਸਾਇਟੀ ਵਿੱਚ ਪੋਸਟਾਂ ਤੇ ਇਸ਼ਤਿਹਾਰਾਂ WhatsApp ਕਰਕੇ ਨੌਕਰੀ ਦਾ ਚਾਂਸਾ ਦੇਣ ਲੱਗੇ। ਪੀੜਤਾ ਨੇ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਨਾਲ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਉੱਥੇ ਵਿਧਾਇਕ ਗੁਰਪ੍ਰੀਤ ਬੰਨਾਵਾਲੀ ਨੇ ਕਿਹਾ ਕਿ ਇਹ ਜਿਹੜੀ ਜੌਬ ਸੀ ਇਸ ਬਾਰੇ ਉਹਨਾਂ ਨੂੰ ਕੱਲ ਪਤਾ ਲੱਗਿਆ ਹੈ ਤੇ ਇਸ ਲਈ ਕਮੇਟੀ ਬਣੀ ਹੋਈ ਹੈ, ਜਿਸ ਵਿੱਚ DRDA ਕਮੇਟੀ ਦੇ ਵਿੱਚ ਹਨ ਤੇ ਕੁਝ ਹੋਰ ਨੁਮਾਇੰਦੇ ਵੀ ਹਨ ਤੇ ਮੇਰਾ ਇਸ ਵਿੱਚ ਕੋਈ ਰੋਲ ਨਹੀਂ ਹੈ ਤੇ ਸੁਸਾਇਟੀ ਦੇ ਮੈਂਬਰ ਹਨ ਤੇ ਜਿਹੜੇ ਵੀ ਸਿਲੈਕਸ਼ਨ ਕਰ ਰਹੇ ਨੇ ਇਹ ਉਹਨੇ ਦੇ ਵੱਲੋਂ ਕੀਤਾ ਗਿਆ ਹੈ। ਸਾਡੇ ਸੁਸਾਇਟੀ ਦੇ ਵਿੱਚ ਪੋਸਟ ਆਈ ਸੀਗੀ ਬਿਜ਼ਨਸ ਕਰੋਸਪੋਂਡੈਂਟ ਦੀ ਤੇ ਉਸ ਦੇ ਵਿੱਚ ਮੇਰੀ ਸਿਸਟਰ ਨੇ ਅਪਲਾਈ ਕੀਤਾ ਸੀ, ਜਿਹਦੇ ਵਿੱਚ ਉਹਨਾਂ ਦੀ ਮੈਰਿਟ ਦੇ ਆਧਾਰ ਤੇ ਸਿਲੈਕਸ਼ਨ ਹੋਈ। ਉਹਨਾਂ ਦੀ ਇੰਟਰਵਿਊ ਹੋਈ, ਜਿਸ ਦੇ ਵਿੱਚ ਪ੍ਰਧਾਨ ਸਾਹਿਬ ਹਾਜ਼ਰ ਸੀਗੇ ਸਾਡੇ ਪਿੰਡ ਦੇ ਤੇ ਉਹਨਾਂ ਦੇ ਉਸ ਦੇ ਆਧਾਰ ਤੇ ਉਹਨਾਂ ਨੇ ਉੱਥੇ ਸਾਰੀ ਇੰਟਰਵਿਊ ਲੈ ਕੇ ਸਿਸਟਰ ਨੂੰ ਮੇਰੇ ਨੂੰ ਸਿਲੈਕਸ਼ਨ ਕੀਤਾ ਗਿਆ। ਉਦੋਂ ਬਾਅਦ ਦੂਸਰੇ ਦਿਨ ਸਾਨੂੰ ਪਤਾ ਲੱਗਦਾ
ਕਿ ਸਾਡੇ MLA ਜੋ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਨੇ ਗੁਰਪ੍ਰੀਤ ਸਿੰਘ ਬਣਾਵਾਲੀ, ਉਹ ਆਪਣੇ ਕਿਸੇ ਨਿੱਜੀ ਲੜਕੇ ਨੂੰ ਸਾਡੇ ਪਿੰਡ ਦੇ ਨੂੰ ਜੋ ਕਿ ਉਹਨਾਂ ਦੇ ਨੇੜੇ ਹੈ ਉਹਨਾਂ ਨੂੰ ਰਖਾਉਣਾ ਚਾਹੁੰਦੇ ਆ, ਜਿਨ੍ਹਾਂ ਦਾ ਕਿ ਮੈਰਿਟ ਲਿਸਟ ਦੇ ਵਿੱਚ ਨਾਮ ਨਹੀਂ, ਮੈਰਿਟ ਨਹੀਂ ਬਣਦੇ, ਨੰਬਰ ਘੱਟ ਸੀਗੇ। ਤਾਂ ਅਸੀਂ ਜਦੋਂ MLA ਸਾਹਿਬ ਨੂੰ ਮਿਲੇ ਤਾਂ ਉਹਨਾਂ ਨੇ ਸਾਨੂੰ ਇਹ ਗੱਲ ਦਾ ਝਾਂਸਾ ਦੇਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇੱਥੋਂ ਪਿੱਛੇ ਹਟ ਜਾਓ ਇਸ ਨੌਕਰੀ ਤੋਂ, ਇੱਥੇ ਮੈਂ ਮੁੰਡੇ ਨੂੰ ਜਵਾਨ ਦੇ ਚੁੱਕਿਆ ਹਾਂ ਤੇ ਇੱਥੇ ਮੁੰਡਾ ਹੀ ਲੱਗੂਗਾ, ਤੁਹਾਨੂੰ ਮੈਂ ਕਿਸੇ ਹੋਰ ਨੌਕਰੀ ਦੇ ਵਿੱਚ ਐਡਜਸਟ ਕਰ ਦਿੰਦਾ, ਬੈਂਕ ਦੇ ਵਿੱਚ ਪੋਸਟਾਂ ਆਈਆਂ ਉਹ ਦੇ ਦਿੰਦਾ, ਉਹਨਾਂ ਦੇ ਵਿੱਚ ਤੁਸੀਂ ਜੁਆਇਨ ਕਰ ਲਓ, ਪਰ ਇੱਥੇ ਮੁੰਡੇ ਨੂੰ ਲਵਾਉਣਾ ਤੇ ਮੁੰਡੇ ਵਾਲਿਆਂ ਦੀ ਹਿੰਡਾ, ਉਹ ਕਹਿੰਦੇ ਸਾਨੂੰ ਇੱਥੇ ਲਵਾ ਤੇ ਮੈਨੂੰ ਉਹਨਾਂ ਦੇ ਨਾਲ ਸਾਥ ਦੇਣਾ ਪਊਗਾ। ਤੇ ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਵੀ ਜੀ ਤੁਸੀਂ ਮੈਰਿਟ ਦੇ ਆਧਾਰ ਤੇ ਫੈਸਲਾ ਲੈ ਲਓ। ਕਹਿੰਦਾ ਮੈਰਿਟ, ਉਹ ਸਾਨੂੰ ਕਹਿੰਦੇ ਵੀ ਮੈਰਿਟ ਵਾਲੀ ਤਾਂ ਇੱਥੇ ਕੋਈ ਗੱਲ ਹੀ ਨਹੀਂ ਹੈਗੀ। ਤੇ ਅਸੀਂ ਚਾਹੁੰਦੇ ਹਾਂ ਵੀ ਇੱਕ ਪਾਸੇ ਤਾਂ ਸਾਨੂੰ ਲੱਗਦਾ ਵੀ ਸਰਕਾਰ ਇਹ ਕਹਿ ਰਹੀ ਹੈ ਵੀ ਪਾਰਦਰਸ਼ੀ ਕੰਮ ਹੋਣਗੇ, ਉਮੀਦਾਂ ਵੀ ਨੇ ਸਾਨੂੰ ਸਰਕਾਰ ਤੋਂ, ਪਰ ਜੋ MLA ਸਾਹਿਬ ਇਹ ਧੱਕਾ ਕਰ ਰਹੇ ਆ ਕੀ ਇਹ ਜਾਇਜ਼ ਆ? ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਅਤੇ CM ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਕਿ ਇਸ ਦੇ ਵਿੱਚ ਨਿੱਜੀ ਇੰਟਰਸਟ ਲੈ ਕੇ ਉਹ ਇਹਨਾਂ ਨੂੰ ਇਸ ਚੀਜ਼ ਨੂੰ ਹੈਂਡਲ ਕਰਨ, ਦੇਖਣ, ਇਸ ਕੇਸ ਬਾਰੇ ਦੇਖਣ, ਸੋਚਣ ਵੀ ਕੀ ਹੋ ਰਿਹਾ ਇਹ। ਅਤੇ CM ਸਾਹਿਬ ਨੂੰ ਅਸੀਂ ਮਿਲੇ ਵੀ ਸੀ ਸਤੌਜ ਗੁਰਦੁਆਰਾ ਸਾਹਿਬ ਦੇ ਵਿੱਚ, ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਮੈਰਿਟ ਦੇ ਆਧਾਰ ਤੇ ਹੀ ਫੈਸਲਾ ਹੋਵੇਗਾ, ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਸਾਨੂੰ ਕਿਹਾ ਵੀ ਲਿਖਤੀ ਰੂਪ ਦੇ ਵਿੱਚ ਕੁਝ ਦੇ ਦਿਓ ਮੈਨੂੰ। ਉਸ ਤੋਂ ਬਾਅਦ ਉਸ ਦਿਨ ਸਾਡੇ ਕੋਲੇ ਲਿਖਿਆ ਨਹੀਂ ਸੀ। ਉਸ ਤੋਂ ਬਾਅਦ CM ਸਾਹਿਬ ਦੇ ਦਫ਼ਤਰ ਧੂਰੀ ਗਏ ਅਸੀਂ, ਉੱਥੇ ਲਿਖਤੀ ਰੂਪ ਦੇ ਵਿੱਚ ਜੋ ਕਿ ਉਹਨਾਂ ਦੇ CM ਸਾਹਿਬ ਦੇ ਬਾਈ ਜੀ OSD ਰਾਜਵੀਰ ਸਿੰਘ ਜੀ ਨੇ ਉਹਨਾਂ ਨੂੰ WhatsApp ਕੀਤਾ, ਦਫ਼ਤਰ ਵਾਲਿਆਂ ਨੇ ਲਿਖ ਕੇ ਫੋਟੋ ਖਿੱਚ ਕੇ ਉਸਦੀ। ਅਤੇ CM ਸਾਹਿਬ ਉੱਥੇ ਵੀ ਸਾਨੂੰ ਦਫ਼ਤਰ ਦੇ ਵਿੱਚ ਵੀ ਭਰੋਸਾ ਦਿਵਾਇਆ ਗਿਆ ਵੀ ਤੁਹਾਡਾ ਜੋ ਮੈਰਿਟ ਦੇ ਆਧਾਰ ਤੇ ਹੱਕ ਬਣਦਾ ਤੁਹਾਨੂੰ ਮਿਲੂਗਾ, ਕਿਸੇ ਤਰ੍ਹਾਂ ਦਾ ਕੋਈ ਵੀ ਸਰਕਾਰ ਦੇ ਵਿੱਚ ਧੋਖਾ ਨਹੀਂ, ਪਾਰਦਰਸ਼ੀ ਕੰਮ ਹੋਣਗੇ ਸਾਰੇ। ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਇਸ ਚੀਜ਼ ਦੇ ਵੱਲ ਇੰਟਰਸਟ ਲੈਤਾ ਜਾਵੇ, ਗੌਰ ਕੀਤੀ ਜਾਵੇ ਵੀ ਇਹ ਕੀ ਹੋ ਰਿਹਾ। MLA ਸਾਹਿਬ ਸਾਰੀਆਂ ਪੋਸਟਾਂ ਦੇ ਉੱਤੇ ਕਬਜ਼ਾ ਕਰਕੇ ਆਪਦੇ ਬੰਦੇ ਰੱਖ ਰਹੇ ਨੇ, ਜੋ ਬੇਰੁਜ਼ਗਾਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਮੁੱਲ ਨਹੀਂ ਪੈ ਰਿਹਾ। ਇਸ ਚੀਜ਼ ਨੂੰ ਗੌਰ ਕੀਤੀ ਜਾਵੇ, ਫਿਰ ਤਾਂ ਸਾਨੂੰ ਐਂ ਲੱਗਦਾ ਵੀ ਪੰਜਾਬ ਦੇ ਵਿੱਚ ਕਿਸੇ ਨੂੰ ਪੜ੍ਹਾਈ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਜੋ ਵਿਧਾਇਕ ਦੇ ਨੇੜੇ ਹੋਏਗਾ ਉਸ ਨੂੰ ਨੌਕਰੀ ਮਿਲ ਜਾਇਆ ਕਰੇਗੀ। ਤਾਂ ਇਸ ਦੇ ਲਈ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ, ਰਿਕੁਐਸਟ ਆ, ਪਲੀਜ਼ ਇਹਦੇ ਵੱਲ ਧਿਆਨ ਦਿੱਤਾ ਜਾਵੇ, ਇਹਨੂੰ ਨਿੱਜੀ ਇੰਟਰਸਟ ਲੈ ਕੇ ਇਸ ਦੇ ਵੱਲ ਧਿਆਨ ਦੇ ਕੇ ਇਹਨੂੰ ਹੈਂਡਲ ਕੀਤਾ ਜਾਵੇ, ਇਹਦੇ ਬਾਰੇ ਦੇਖਿਆ ਜਾਵੇ, ਮੈਰਿਟ ਦੇ ਆਧਾਰ ਤੇ ਫੈਸਲਾ ਕੀਤਾ ਜਾਵੇ। ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ 19 ਪੋਸਟਾਂ ਆਈਆਂ ਸੀਗੀਆਂ ਬਿਜ਼ਨਸ ਕਰੋਸਪੋਂਡੈਂਟ ਦੀਆਂ ਸੁਸਾਇਟੀ ਦੇ ਵਿੱਚ। ਮੈਂ ਉਹਦੇ ਲਈ ਅਪਲਾਈ ਕੀਤਾ। ਮੈਰਿਟ ਦੇ ਆਧਾਰ ਤੇ 3 ਕੈਂਡੀਡੇਟ ਉੱਥੇ ਸਿਲੈਕਟ ਹੋਏ, ਜਿਨ੍ਹਾਂ ਦੀ 22 ਤਰੀਕ ਨੂੰ ਇੰਟਰਵਿਊ ਸੀਗੀ। ਉਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਤੇ DR ਸਰ ਦੀ ਹਾਜ਼ਰੀ ਦੇ ਵਿੱਚ ਮੇਰੀ ਇੰਟਰਵਿਊ ਹੋਈ, ਮੈਰਿਟ ਦੇ ਆਧਾਰ ਤੇ ਮੇਰੀ ਸਿਲੈਕਸ਼ਨ ਹੋਈ। ਬਟ ਉਸ ਤੋਂ ਬਾਅਦ ਮੈਨੂੰ ਦੂਸਰੇ ਦਿਨ ਪਤਾ ਚੱਲਦਾ ਕਿ MLA ਸਾਹਿਬ ਉੱਥੇ ਆਪਣੀ ਕਿਸੇ ਲੜਕੇ ਨੂੰ ਰੱਖ ਰਹੇ ਆ। ਜਦੋਂ ਮੈਂ MLA ਸਾਹਿਬ ਨੂੰ ਮਿਲੀ ਕਿ ਸਰ ਇੱਥੇ ਮੇਰੀ ਮੈਰਿਟ ਬਣਦੀ ਹੈ, ਮੇਰਾ ਹੱਕ ਬਣਦਾ, ਮੈਨੂੰ ਦਿੱਤਾ ਜਾਵੇ, ਤਾਂ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਕਿਹਾ ਕਿ ਤੂੰ ਇਹ ਜੌਬ ਛੱਡ ਦੇ, ਤੈਨੂੰ ਸਰਕਾਰੀ ਨੌਕਰੀ ਲਵਾ ਦਿੰਦੇ ਆ। ਮੈਨੂੰ ਜਦੋਂ ਸਰਕਾਰੀ ਨੌਕਰੀ ਦੇ ਝਾਂਸੇ ਦਿੱਤੇ, ਬਟ ਮੈਂ ਆਪਣੀ ਮੰਗ ਦੇ ਉੱਤੇ ਹੀ ਡਟੀ ਰਹੀ। ਤਾਂ ਉਸ ਤੋਂ ਬਾਅਦ 'ਚ ਉਹਨਾਂ ਨੇ ਮੇਰੇ ਨਾਲ ਬਹੁਤ ਬੇਰੁਖੀ ਨਾਲ ਬਿਹੇਵ ਕੀਤਾ ਕਿ ਮੈਂ ਲੜਕੇ ਨੂੰ ਜ਼ੁਬਾਨ ਦਿੱਤੀ ਹੈਗੀ ਤੇ ਇੱਥੇ ਉਹੀ ਜੁਆਇਨ ਕਰੇਗਾ, ਤੁਸੀਂ ਬਾਹਰ ਜਾ ਕੇ ਰਹਿ ਕਰੋ। MLA ਗੁਰਪ੍ਰੀਤ ਸਿੰਘ ਜੀ ਬਣਾਵਾਲੀ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਹੈ ਜੋ, ਅਸੀਂ ਉਹਨਾਂ ਨੂੰ ਮਿਲੇ ਤਾਂ ਪਹਿਲਾਂ ਉਹਨਾਂ ਨੇ ਮੈਨੂੰ ਸਰਕਾਰੀ ਨੌਕਰੀ ਦੇ ਝਾਂਸੇ ਦਿੱਤੇ। ਜਦੋਂ ਮੈਂ ਆਪਣੇ ਹੱਕ ਦੇ ਉੱਤੇ ਡਟੀ ਰਹੀ ਤਾਂ ਉਸ ਤੋਂ ਬਾਅਦ 'ਚ ਉਹਨਾਂ ਨੇ ਮੈਨੂੰ ਬਹੁਤ ਬੇਰੁਖੀ ਨਾਲ ਬਿਹੇਵ ਕੀਤਾ। ਕਹਿੰਦੇ ਅਸੀਂ ਮੁੰਡੇ ਨੂੰ ਜਵਾਨ ਦੇ ਚੁੱਕੇ ਆ, ਇੱਥੇ ਮੁੰਡਾ ਹੀ ਜੁਆਇਨ ਕਰੂਗਾ, ਤੁਸੀਂ ਬਾਹਰ ਜਾ ਕੇ ਆਪਦੀ ਰਾਏ ਕਰ ਲਓ ਜੇਕਰ ਤੁਸੀਂ ਹੋਰ ਕੋਈ ਜੌਬ ਲੈਣਾ ਚਾਹੁੰਦੇ ਹੋ। ਬਟ ਉਸ ਤੋਂ ਬਾਅਦ ਮੈਂ CM ਸਾਹਿਬ ਨੂੰ ਮਿਲੀ ਸਤੌਜ ਗੁਰਦੁਆਰਾ ਸਾਹਿਬ ਦੇ ਵਿੱਚ, ਉਹਨਾਂ ਦੀ ਵਾਈਫ ਨੂੰ ਵੀ ਮਿਲੀ। ਉਹਨਾਂ ਨੇ ਕਿਹਾ ਕਿ ਮੈਰਿਟ ਦੇ ਆਧਾਰ ਤੇ ਹੀ ਫੈਸਲਾ ਲਿਆ ਜਾਵੇਗਾ, ਕਿਸੇ MLA ਦੀ ਕੋਈ ਸਿਫਾਰਿਸ਼ ਨਹੀਂ ਚੱਲੇਗੀ। ਉਸ ਤੋਂ ਬਾਅਦ CM ਸਾਹਿਬ ਨੇ ਇੱਕ ਵੀਡੀਓ ਵੀ ਅਪਲੋਡ ਕੀਤੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਈ MLA ਦੀ ਸਿਫਾਰਿਸ਼ ਨਹੀਂ ਮੰਨੀ ਜਾਊਗੀ, ਜੋ ਡਿਜ਼ਰਵ ਕਰਦਾ ਮੈਰਿਟ ਦੇ ਆਧਾਰ ਤੇ ਉਸੇ ਨੂੰ ਹੀ ਉਹਦਾ ਹੱਕ ਮਿਲੇਗਾ। ਪਰ ਮੇਰੇ ਨਾਲ ਅਜੇ ਤੱਕ ਕੋਈ ਇਨਸਾਫ ਨਹੀਂ ਹੋਇਆ। ਸਾਡੇ MLA ਸਾਹਿਬ ਨੇ ਹਾਲੇ ਤੱਕ ਕੋਈ ਇਨਸਾਫ ਨਹੀਂ ਕੀਤਾ। ਮੇਰੀ CM ਸਾਹਿਬ ਨੂੰ ਰਿਕੁਐਸਟ ਹੈ ਕਿ ਇਸ ਵਿੱਚ ਨਿੱਜੀ ਇੰਟਰਸਟ ਲੈਂਦੇ ਹੋਏ ਮੈਨੂੰ ਇਨਸਾਫ ਦਿਵਾਇਆ ਜਾਵੇ। ਦੇਖੋ ਜਿਹੜੀ ਇਹ ਜੌਬ ਸੀਗੀ ਮੈਨੂੰ ਕੱਲ ਪਤਾ ਲੱਗਿਆ। ਦੇਖੋ ਇਹਦੇ ਲਈ ਕਮੇਟੀ ਬਣੀ ਵੀ ਹੈ ਜਿਹਦੇ ਵਿੱਚ DR ਤੇ DM ਜਿਹੜੇ ਹੈਗੇ ਕਮੇਟੀ ਦੇ ਵਿੱਚ ਕੁਝ ਹੋਰ ਨੁਮਾਇੰਦੇ ਨੇ। ਉਹਦੇ ਵਿੱਚ ਮੇਰਾ ਤਾਂ ਕੋਈ ਹੈ ਹੀ ਨਹੀਂ, ਯੋਗਦਾਨ ਹੀ ਨਹੀਂ। ਥੱਲੇ ਉਹਨਾਂ ਦੀ ਜਿਹੜੀ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਨੇ। ਤਾਂ ਜਿਹੜੇ ਵੀ DR DM ਨੇ ਕੋਈ ਸਿਲੈਕਸ਼ਨ ਕੀਤੀ ਆ ਉਹਦੇ ਲਈ ਰਿਸਪੌਂਸੀਬਿਲਟੀ ਜਾਂ ਉਹਦਾ ਕੀ ਕ੍ਰਾਈਟੇਰੀਆ ਸੀ ਉਹ ਦੱਸ ਸਕਦੇ ਨੇ। ਜੇ ਮੈਂ ਉਹਨਾਂ ਦੀ ਕੋਈ ਮਦਦ ਕਰ ਸਕਦਾ ਮੈਨੂੰ ਦੱਸਣਾ ਸੀ ਕਿ ਮੀਡੀਆ ਦੇ ਵਿੱਚ ਜਾਣ ਦੀ ਬਜਾਏ ਇਹ ਸਾਰੇ ਦੋਸ਼ ਜਿਹੜੇ ਬੇਬੁਨਿਆਦ ਆ। ਮੈਂ ਤਾਂ ਹਮੇਸ਼ਾ ਗਰੀਬ ਦੀ ਤੇ ਲੋੜਵੰਦ ਦੀ ਮਦਦ ਲਈ ਤਿਆਰ ਰਹਿਣਾ। ਦੇਖੋ ਜਿਹੜੇ ਸਕਰੀਨਸ਼ਾਟ ਆ ਗਏ ਸਾਡੇ ਕੋਲ ਤਾਂ ਹਜ਼ਾਰਾਂ ਲੋਕ ਆਉਂਦੇ ਨੇ। ਅਸੀਂ ਜਿੱਥੇ ਜਿੱਥੇ ਜੌਬ ਨਿਕਲਦੀ ਆ ਜਾਂ ਕਰਦੇ ਆ, ਕੋਈ ਅਪਲਾਈ ਕਰ ਸਕਦਾ,
ਤਾਂ ਸਾਡੇ ਗਰੁੱਪ ਬਣੇ ਹੋਏ ਆ, ਅਸੀਂ ਦੱਸਦੇ ਹਾਂ ਕਿ ਆਹ ਪੋਸਟਾਂ ਨਿਕਲੀਆਂ ਨੇ, ਤੁਸੀਂ ਅਪਲਾਈ ਕਰੋ। ਕਿਸੇ ਦਾ ਫਾਇਦਾ ਕਰਨ ਦੀ ਬਜਾਏ ਉਹਨੂੰ ਗਲਤ ਲੈ ਕੇ ਜਾਣਾ, ਇਹ ਉਹਨਾਂ ਦੀ ਸੋਚ ਹੋ ਸਕਦੀ ਹੈ, ਪਰ ਮੈਂ ਆਪਦੇ ਇਲਾਕੇ ਲਈ, ਆਪਦੇ ਇਲਾਕੇ ਦੇ ਲੋਕਾਂ ਲਈ ਹਮੇਸ਼ਾ ਸੇਵਾਦਾਰ ਬਣਿਆ ਰਿਹਾ ਤੇ ਸੇਵਾ ਕਰਦਾ ਰਹੂੰ। ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਬਠਿੰਡਾ ਦੇ 2 ਦਿਨਾਂ ਦੇ ਦੌਰੇ ਤੇ ਹਨ। ਇਸ ਦੌਰਾਨ ਉਹਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਨੇ ਜਥੇਦਾਰ ਨੂੰ ਮਿਲਣ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਫਾਰਮ ਵੀ ਭਰਿਆ। ਦੱਸ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿਖੇ ਕਈ ਦਿਨਾਂ ਤੋਂ ਮੋਰਚਾ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਦਸਤਖਤ ਮੁਹਿੰਮ ਵੀ ਚਲਾਈ ਜਾ ਰਹੀ ਹੈ। ਪਹਿਲਾਂ ਸਿੰਘ ਸਾਹਿਬ ਨਾਲ ਮੁਲਾਕਾਤ ਹੋਈ ਹੈ ਤਖਤ ਸਾਹਿਬ ਵਿੱਚ, ਇਸ ਤਰ੍ਹਾਂ ਦੀ ਮੁਲਾਕਾਤ ਰਹੀ ਹੈ, ਕਿਸ ਤਰ੍ਹਾਂ ਦੀ ਗੱਲਬਾਤ ਹੋਈ? जत्थेदार साहब से गुरु साहब के घर में दर्शन करने के बाद, मत्था टेकने के बाद में उनसे बातचीत हुई है। पंजाब के जो हालात हैं और जिस तरह की परिस्थितियां पंजाब में वर्तमान में हैं, उसको लेकर के उनके मन में भी चिंता है। और जिस तरह से पंजाब में लॉ एंड ऑर्डर सिचुएशन डिटोरिएट हो रही है और ये गैंगस्टर कल्चर जिस तरह से बढ़ रही है, ड्रग्स का प्रकोप जिस तरह से पंजाब में बढ़ रहा है और पंजाब की युवा शक्ति को जिस तरह से खोखला किया जा रहा है सुनियोजित रूप से, इसको लेकर के भी उन्होंने अपनी चिंता व्यक्त की है। हमने विस्तार से इन सब विषयों पर बातचीत की है और आने वाले समय में किस तरह से सरकार इस पर काम कर रही है, इसके बारे में मैंने उनको अवगत कराया है। सर, बंदी ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ, लगातार मोर्चे भी लगाए जा रहे हैं। केंद्र सरकार ने भी ऐलान किया ਸੀ ਵੀ देखिए, माननीय प्रधानमंत्री जी ने गुरु साहब के प्रकाशोत्सव के समय में ये डिक्लेयर किया था और उस समय जो बंदी सिखों की रिहाई शेष थी, जो सजा पूरी कर चुके थे, ऐसे 11 लोगों का जो लिस्ट सौंपी गई थी, उसमें से 2 को छोड़ करके बाकी सब की रिहाई हो चुकी है या जिनकी सजा कम करनी थी उनकी सजा भी कम हो चुकी है। शेष सूची जो भी उपलब्ध कराई गई है उस पर, क्योंकि ये न्यायिक प्रक्रिया है, कानून को अपना काम करना है, जिन लोगों की रिहाई की कार्रवाई कानून तय हो सकती है उस सब पे हम सब लोग मिलकर के प्रयास करें। केजरीवाल बोलते हैं कि केंद्र सरकार काम नहीं करने देती सूबा के मुख्यमंत्री हो। हाँ, चलिए, अब इस पर टिप्पणी मुझे यहाँ से नहीं करनी है। ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਣੀ ਸੀ, ਜੋ ਕਿ ਫਿਲਹਾਲ ਟਾਲ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਹੁਣ ਅਗਲੀ ਸੁਣਵਾਈ 10 ਫਰਵਰੀ ਨੂੰ ਹੋਵੇਗੀ। ਦੱਸ ਦਈਏ ਕਿ ਸੁੰਦਰ ਸ਼ਾਮ ਅਰੋੜਾ ਪੰਜਾਬ ਵਿਜੀਲੈਂਸ ਬਿਊਰੋ ਦੇ ਏਡੀਜੀਪੀ ਮਨਮੋਹਨ ਕੁਮਾਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹਨ, ਜਿਸ ਦੇ ਨਾਲ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਪਿਛਲੇ ਮਹੀਨੇ ਹਾਈ ਕੋਰਟ ਨੇ ਦੋਵਾਂ ਧਿਰਾਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ਵਿੱਚ ਆਪਣਾ ਫੈਸਲਾ ਰਾਖਵਾ ਰੱਖ ਲਿਆ ਸੀ। ਹਾਈ ਕੋਰਟ ਨੇ ਜਨਵਰੀ ਦੇ ਪਹਿਲੇ ਹਫਤੇ ਫੈਸਲਾ ਸੁਣਾਉਣਾ ਸੀ, ਪਰ ਸੁਣਵਾਈ ਨਹੀਂ ਹੋ ਸਕੀ। ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲਈ 25 ਜਨਵਰੀ ਦੀ ਤਾਰੀਖ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਨੇ ਮਾਮਲੇ ਦੀ ਸਟੇਟਸ ਰਿਪੋਰਟ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਅਰੋੜਾ ਨੇ ਰੈਗੂਲਰ ਜ਼ਮਾਨਤ ਲਈ ਪੰਜਾਬ ਦੀ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ ਸੀ ਅਤੇ ਅਰੋੜਾ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀ ਅਰੋੜਾ ਨੇ 11 ਨਵੰਬਰ ਨੂੰ ਰੈਗੂਲਰ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਮੋਹਾਲੀ ਦੇ ਸੀਆਈ ਸਟਾਫ ਵੱਲੋਂ ਇੰਟਰਨੈਸ਼ਨਲ ਮਨੁੱਖੀ ਤਸਕਰ ਅਤੇ ਕਿਡਨੈਪਰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 2 ਕਰੋੜ 13 ਲੱਖ ਅਤੇ 64 ਤੋਲੇ ਸੋਨਾ ਬਰਾਮਦ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਡਾਕਟਰ ਸੰਦੀਪ ਕੁਮਾਰ ਗਰਗ ਐਸਐਸਪੀ ਮੋਹਾਲੀ ਨੇ ਦੱਸਿਆ ਕਿ ਕੁਝ ਵਿਅਕਤੀ ਪੰਜਾਬ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਨੂੰ ਸਿੰਗਾਪੁਰ ਅਤੇ ਇੰਡੋਨੇਸ਼ੀਆ ਵਿੱਚ ਕਿਡਨੈਪ ਕਰਕੇ ਤਸ਼ੱਦਦ ਢਾਹ ਕੇ ਸਰੀਰਕ ਸ਼ੋਸ਼ਣ ਕਰਦੇ ਸਨ ਅਤੇ ਗਨ ਪੁਆਇੰਟ ਤੇ ਵਿਅਕਤੀਆਂ ਤੋਂ ਘਰਦਿਆਂ ਨੂੰ ਫੋਨ ਕਰਵਾ ਕੇ ਫਿਰੌਤੀ ਦੀ ਮੰਗ ਕਰਦੇ ਹਨ। ਤਸਕਰਾਂ ਵੱਲੋਂ ਸਵਿਫਟ, ਫੀਗੋ ਅਤੇ ਥਾਰ ਬਰਾਮਦ ਕੀਤੀ ਗਈ ਹੈ। ਡਾਕਟਰ ਗਰਗ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਤਸਕਰ ਆਪਣੇ ਹੋਰ ਸਾਥੀਆਂ ਦੀ ਸਹਾਇਤਾ ਨਾਲ ਉਹਨਾਂ ਭੋਲੇ-ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੰਦੇ ਸੀਗੇ ਤੇ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੀ ਟਿਕਟ ਕਰਵਾ ਦਿੰਦੇ ਸਨ ਅਤੇ ਉੱਥੇ ਬੈਠੀ ਮਨੀ ਕੁਮਾਰ ਅਤੇ ਜਸਵੀਰ ਸਿੰਘ ਉਰਫ ਮੰਜੇ ਉਹਨਾਂ ਵਿਅਕਤੀਆਂ ਨੂੰ ਕਿਡਨੈਪ ਕਰਕੇ ਬੰਦ ਕਮਰੇ ਵਿੱਚ ਤਸ਼ੱਦਦ ਢਾਹ ਕੇ ਸਰੀਰਕ ਸ਼ੋਸ਼ਣ ਕਰਦੇ ਸਨ ਅਤੇ ਗਨ ਪੁਆਇੰਟ ਤੇ ਡਰਾ ਧਮਕਾ ਕੇ 2 ਹਫ਼ਤਿਆਂ ਬਾਅਦ ਘਰਦਿਆਂ ਨੂੰ ਫੋਨ ਕਰਵਾਉਂਦੇ ਸਨ ਕਿ ਅਸੀਂ ਮੈਕਸੀਕੋ ਪਹੁੰਚ ਗਏ ਹਾਂ ਅਤੇ 40 ਲੱਖ ਇਹਨਾਂ ਏਜੰਟਾਂ ਨੂੰ ਦੇ ਦੇਵੇ। ਜੋ ਘਰ ਵਾਲੇ ਪੰਜਾਬ ਵਿੱਚ ਬੈਠੇ ਮਨੁੱਖੀ ਤਸਕਰ ਬਲਦੀਸ਼ ਕੌਰ, ਵੀਨਾ, ਸਾਹਿਲ ਭੱਟੀ, ਸੋਮਰਾਜ ਅਤੇ ਗੁਰਜੀਤ ਸਿੰਘ ਉਰਫ ਮੰਗਾ, ਸੋਨੀਆ, ਅਭਿਸ਼ੇਕ, ਮਲਕੀਤ ਸਿੰਘ
ਟੋਣੀ, ਭੁਪਿੰਦਰ ਸਿੰਘ ਉਰਫ ਪਿੰਦਾ, ਸੰਦੀਪ ਆੜਤੀਆ ਅਤੇ ਸੁਮਨ ਵੱਲੋਂ ਵੱਖ-ਵੱਖ ਮਾਰਕਾ ਦੇ ਲੈਵਿਸ਼ ਫੋਨਾਂ ਰਾਹੀਂ ਤਾਲਮੇਲ ਕਰਕੇ ਦੱਸੀ ਥਾਂ ਤੇ ਪੈਸੇ ਵਸੂਲ ਕਰ ਲੈਂਦੇ ਸਨ। ਗੈਂਗ ਜਿਹੜਾ ਹੈਗਾ ਉਹਨੂੰ ਆਇਡੈਂਟੀਫਾਈ ਕੀਤਾ ਤੇ ਉਹਦੇ ਕਾਫੀ ਮੈਂਬਰ ਜਿਹੜੇ ਅਰੈਸਟ ਕੀਤੇ ਹੈ। ਇਹ ਗੈਂਗ ਆਪਣੇ ਭੋਲੇ ਭਾਲੇ ਜਿਹੜੇ ਵਿਕਟਿਮ ਸੀਗੇ ਸਾਡੇ ਇੱਥੇ ਕਾਫੀ ਅਲੱਗ-ਅਲੱਗ ਜਗ੍ਹਾ ਤੋਂ ਹੈ, ਪੰਜਾਬ ਤੋਂ ਵੀ ਹੈ, ਯੂਪੀ ਤੋਂ ਵੀ ਹੈ ਤੇ ਖਾਸ ਤੌਰ ਤੇ ਪੰਜਾਬ ਦੇ ਆਪਣੇ ਵਿਕਟਿਮ ਜਿਹੜੇ ਸੀਗੇ ਉਹਨਾਂ ਨੂੰ ਵਰਗਲਾ ਕੇ ਬਾਹਰ ਭੇਜਣ ਦਾ ਝਾਂਸਾ ਦਿੰਦਾ ਸੀਗਾ ਤੇ ਉਹਨਾਂ ਨੂੰ ਫਿਰ ਉੱਥੇ ਕਿਡਨੈਪ ਕਰ ਲੈਂਦੇ ਸੀਗੇ ਤੇ ਐਕਸਟੋਰਸ਼ਨ ਦੇ ਤੌਰ ਤੇ ਉਹਨਾਂ ਦੇ ਘਰਦਿਆਂ ਤੋਂ ਫਿਰ ਪੈਸੇ ਮੰਗਾਉਂਦੇ ਸੀਗੇ। ਇਹਨਾਂ ਦਾ ਬੇਸਿਕਲੀ ਮੋਡਸ ਆਪਰੈਂਡੀ ਸੀ। ਬਲਕਿ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਦੱਸਣਾ ਵੀ ਚਾਹੂੰਗਾ ਤੇ ਅਲਰਟ ਵੀ ਕਰਨਾ ਚਾਹੂੰਗਾ ਸਾਰਿਆਂ ਨੂੰ। ਇਹਨਾਂ ਦਾ ਮੋਡਸ ਆਪਰੈਂਡੀ ਇਹ ਸੀਗਾ, ਇਹ ਕਹਿੰਦੇ ਸੀ ਕਿ ਅਸੀਂ ਜੀ ਤੁਹਾਨੂੰ ਲੀਗਲੀ ਜਾਂ ਇਲੀਗਲੀ, ਮੋਸਟਲੀ ਇਹਨਾਂ ਨੂੰ ਇਲੀਗਲੀ ਹੀ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਅਮਰੀਕਾ ਜਾਂ ਯੂਰਪੀਅਨ ਕੰਟਰੀਜ਼ ਦੇ ਵਿੱਚ ਉੱਥੇ ਭੇਜਾਂਗੇ। ਤਾਂ ਕਰੀਬ 30 ਤੋਂ 40 ਲੱਖ ਦੇ ਆਸ-ਪਾਸ ਡਿਮਾਂਡ ਹੁੰਦੀ ਸੀ ਇਹਨਾਂ ਦੀ। ਪਰ ਇਹਨਾਂ ਦਾ ਮੇਨ ਸੈਲਿੰਗ ਪੁਆਇੰਟ ਕੀ ਸੀ, ਇਹ ਕਹਿੰਦੇ ਸੀ ਜੀ ਕਿ ਅਸੀਂ ਤੁਹਾਡੇ ਤੋਂ ਪੈਸੇ ਐਡਵਾਂਸ ਨਹੀਂ ਲਵਾਂਗੇ ਕੋਈ ਵੀ, ਉੱਥੇ ਪਹੁੰਚਣ ਤੋਂ ਬਾਅਦ ਜਦੋਂ ਤੁਹਾਡਾ ਮੁੰਡਾ ਪਹੁੰਚ ਜਾਊਗਾ ਉਸ ਤੋਂ ਬਾਅਦ ਅਸੀਂ ਪੈਸੇ ਲਵਾਂਗੇ। ਤਾਂ ਇਸ ਕਰਕੇ ਕਾਫੀ ਬੰਦੇ ਇਹਨਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਸੀਗੇ। ਇਹ ਉੱਥੇ ਫਲਾਈਟ ਜਿਹੜੀ ਸੀਗੀ ਇਹ ਕਦੀ ਪਹਿਲਾਂ ਨੇਪਾਲ ਦੀ ਕਰਾਉਂਦੇ ਸੀਗੇ, ਫਿਰ ਇੰਡੋਨੇਸ਼ੀਆ ਦੀ। ਹੁਣ ਲੇਟੈਸਟ ਜਿਹੜੇ ਇਹ ਬੰਦੇ ਅਸੀਂ ਰਾਉਂਡ ਅਪ ਕੀਤੇ, ਇਹਨਾਂ ਦਾ ਪਤਾ ਲੱਗਿਆ ਕਿ ਇਹਨਾਂ ਦੀ ਇੰਡੋਨੇਸ਼ੀਆ ਦੀ ਫਲਾਈਟ ਜਿਹੜੀ ਸੀਗੀ ਕਰਾਈ ਗਈ, ਜਿਹੜੇ ਆਪਣੇ ਵਿਕਟਿਮਸ ਦੀ ਸੀਗੀ ਉਹ ਇੰਡੋਨੇਸ਼ੀਆ ਦੀ ਫਲਾਈਟ ਤੇ ਉੱਥੇ ਇੰਡੋਨੇਸ਼ੀਆ ਲੈ ਜਾਂਦੇ। ਇੰਡੋਨੇਸ਼ੀਆ ਲਿਜਾਣ ਤੋਂ ਬਾਅਦ ਜਿਹੜੇ ਘਰ ਦੇ ਸੀਗੇ ਉਹਨਾਂ ਨੂੰ ਦੱਸਿਆ ਜਾਂਦਾ ਸੀਗਾ ਕਿ ਤੁਹਾਡੇ ਜਿਹੜੇ ਬੱਚੇ ਹੈਗੇ ਆ ਉਹ ਮੈਕਸੀਕੋ ਦੇ ਵਿੱਚ ਪਹੁੰਚ ਗਏ। ਰੱਖ ਲਓ ਬੇਟਾ, ਮੈਕਸੀਕੋ ਦੇ ਵਿੱਚ ਪਹੁੰਚ ਗਏ ਹੈਗੇ ਆ ਜਿਹੜੇ ਤੁਹਾਡੇ ਬੱਚੇ ਹੈਗੇ ਆ, ਜਦਕਿ ਉਹ ਹੁੰਦੇ ਅਸਲ ਦੇ ਵਿੱਚ ਇੰਡੋਨੇਸ਼ੀਆ ਸੀਗਾ। ਇੰਡੋਨੇਸ਼ੀਆ ਦੇ ਵਿੱਚ ਫਿਰ ਉਹ ਕਾਫੀ ਬੰਦੇ ਜਿਹੜੇ ਸੀਗੇ ਇਕੱਠੇ ਕੀਤੇ ਜਾਂਦੇ ਸੀਗੇ। ਇਕੱਠੇ ਕਰਨ ਤੋਂ ਬਾਅਦ ਉਹਨਾਂ ਨੂੰ ਫਿਰ ਉਹ ਟੌਰਚਰ ਵੀ ਕੀਤਾ ਜਾਂਦਾ ਸੀਗਾ, ਉਹਨਾਂ ਨੂੰ ਫਿਜ਼ੀਕਲੀ ਵੀ ਪ੍ਰਤਾੜਿਤ ਕੀਤਾ ਜਾਂਦਾ ਸੀਗਾ ਉਹਦੇ ਵਿੱਚ। ਫਿਰ ਉਸ ਤੋਂ ਬਾਅਦ ਉਹਨਾਂ ਦੇ ਘਰਦਿਆਂ ਨੂੰ ਫੋਨ ਕਰਾਇਆ ਜਾਂਦਾ ਸੀਗਾ ਕਿ ਇਹ ਜਿਹੜੇ ਬੰਦੇ ਹੈਗੇ ਆ ਇਹ ਉੱਥੇ ਤੁਹਾਡੇ ਕੋਲੇ ਮੈਕਸੀਕੋ ਪਹੁੰਚ ਗਏ, ਤੁਹਾਡਾ ਕੰਮ ਹੋ ਗਿਆ ਤੇ ਪੈਸੇ ਪਾਉਣੇ ਸ਼ੁਰੂ ਕਰੋ। ਫਿਰ ਉੱਥੇ ਉਹ ਬੰਦੇ ਘਰਦਿਆਂ ਨੂੰ ਫੋਨ ਕਰਦੇ ਸੀਗੇ ਤੇ ਜਿਹੜੇ ਪੈਸੇ ਸੀਗੇ ਉਹ ਪਾਉਂਦੇ ਸੀਗੇ। ਉਹ ਪਾਉਣ ਤੋਂ ਬਾਅਦ ਫਿਰ ਇਹਨਾਂ ਨੂੰ ਵਾਪਸ ਜਿਹੜਾ ਸੀਗਾ ਇੰਡੀਆ ਦੀ ਫਲਾਈਟ ਚੜਾ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਇਹ ਕੰਪਲੇਂਟਸ ਵਗੈਰਾ ਵੀ ਕਰਦੇ ਸੀ ਜਿਹਦੇ ਰਿਗਾਰਡਿੰਗ ਸਾਡੇ ਕੋਲ FIR ਵੀ ਦਰਜ ਸੀ। ਇਨਫੈਕਟ ਜਦੋਂ ਸਾਡੇ ਧਿਆਨ 'ਚ ਮੈਟਰ ਆਇਆ ਇਹ, ਤਾਂ ਜਦੋਂ ਇਹ ਟੌਰਚਰ ਕੀਤਾ ਜਾ ਰਿਹਾ ਸੀਗਾ, ਇਹਨਾਂ ਨੂੰ ਉੱਥੇ ਕਿਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਬੰਦੇ ਨੂੰ, ਤਾਂ ਉੱਥੋਂ ਕੋਈ ਬੰਦਾ ਆਪਦੇ ਘਰਦਿਆਂ ਨਾਲ ਕੰਟੈਕਟ ਕਰ ਪਾਇਆ। ਉਹਨੇ ਦੱਸਿਆ ਕਿ ਅਸੀਂ 8-10 ਬੰਦੇ ਹੈਗੇ ਆ ਜਿਹੜੇ ਕਿ ਇੱਥੇ ਤੰਗ ਪਰੇਸ਼ਾਨ ਕੀਤੇ ਜਾ ਰਹੇ ਆ, ਸਾਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਰੱਖਿਆ ਹੋਇਆ। ਜੋ ਸਾਡੇ ਧਿਆਨ 'ਚ ਆਇਆ ਇਮੀਡੀਏਟਲੀ ਅਸੀਂ FIR ਇੱਥੇ ਰਜਿਸਟਰ ਕੀਤੀ। ਇਹ FIR ਨੰਬਰ ਕਰੀਬ 15 ਦਿਨ ਹੋ ਗਏ ਇਹਨੂੰ ਰਜਿਸਟਰ ਕੀਤੇ ਨੂੰ। ਬਲੌਂਗੀ ਵਾਲੀ FIR, ਹਾਂਜੀ 3/23 6 ਜਨਵਰੀ ਨੂੰ ਰਜਿਸਟਰ ਹੋਈ ਸੀ ਥਾਣਾ ਬਲੌਂਗੀ ਦੇ ਵਿੱਚ। ਤੇ ਉਹਦੇ ਪਰਸੂ ਦੇ ਵਿੱਚ ਸਾਡੀ ਟੀਮਸ ਲੱਗੀਆਂ ਹੋਈਆਂ ਸੀਗੀਆਂ ਤੇ ਉਹਦੇ ਵਿੱਚ ਇਹਨਾਂ ਦੇ 2 ਮੋਡਿਊਲਸ ਕੰਮ ਕਰਦੇ ਆ। ਇੱਕ ਲੋਕਲ ਮੋਡਿਊਲ ਜਿਹੜਾ ਕਿ ਇੱਥੋਂ ਬੰਦਿਆਂ ਨੂੰ ਵਰਗਲਾ ਕੇ ਏਜੰਟਾਂ ਦੇ ਥਰੂ ਜਾਂ ਅਦਰਵਾਈਜ਼ ਉਹਨਾਂ ਨੂੰ ਬੰਦਿਆਂ ਨੂੰ ਇਕੱਠੇ ਕਰਦਾ ਸੀਗਾ। ਉਸ ਤੋਂ ਬਾਅਦ ਨੈਕਸਟ ਮੋਡਿਊਲ ਜਿਹੜਾ ਇਹਨਾਂ ਦਾ ਇੰਡੋਨੇਸ਼ੀਆ ਜਾਂ ਬਾਹਰਲੇ ਕੰਟਰੀਜ਼ ਦੇ ਵਿੱਚ ਬੈਠਾ ਹੈ, ਜਿਹੜਾ ਕਿ ਇਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਤੇ ਉਸ ਤੋਂ ਬਾਅਦ ਐਕਸਟੋਰਸ਼ਨ ਦੇ ਤੌਰ ਤੇ ਜਾਂ ਵਰਗਲਾ ਕੇ ਔਰ ਘਰਦਿਆਂ ਨੂੰ ਬੇਵਕੂਫ ਬਣਾ ਕੇ ਉਹਨਾਂ ਤੋਂ ਪੈਸੇ ਜਿਹੜੇ ਸੀ ਇਕੱਠੇ ਕਰਦੇ ਸੀ। ਤਾਂ ਇਹ ਇਹਨਾਂ ਦਾ ਮੋਡਸ ਆਪਰੈਂਡੀ ਸੀਗਾ। ਇਹਦੇ ਵਿੱਚ ਅਸੀਂ ਹੁਣੇ ਜਦੋਂ ਅਸੀਂ ਬੰਦੇ ਅਰੈਸਟ ਕੀਤੇ, ਅਰੈਸਟ ਕਰਨ ਤੋਂ ਬਾਅਦ ਥੋੜਾ ਜਿਹਾ ਜਿਹੜੇ ਬਾਹਰ ਬੰਦੇ ਬੈਠੇ ਇਹਨਾਂ ਚੋਂ ਜਿਹੜੇ ਹਜੇ ਨਹੀਂ ਅਰੈਸਟ ਹੋਏ ਹੈ ਉਹਨਾਂ ਦੇ ਨਾਲ ਦੀ ਨਾਲ ਪ੍ਰੈਸ਼ਰ ਵੀ ਮੰਨਿਆ ਥੋੜਾ ਜਿਹਾ, ਤੇ 25 ਬੰਦੇ ਇਮੀਡੀਏਟਲੀ ਫਲਾਈਟ ਤੇ ਚੜਾ ਕੇ ਚੇਨਈ ਵਿੱਚ ਭੇਜਦੇ ਹੈ। ਉਹ 25 ਬੰਦੇ ਅਸੀਂ ਇਮੀਡੀਏਟਲੀ ਰੈਸਕਿਊ ਕਰਾਏ ਨੇ। ਉਦੋਂ ਪਹਿਲਾਂ ਵੀ ਜਦੋਂ ਇਮੀਡੀਏਟਲੀ ਫੜੇ ਸੀਗੇ ਤਾਂ ਕਰੀਬ 6 ਬੰਦੇ ਸੀ, 8 ਬੰਦੇ ਉਦੋਂ ਜਿਹੜੀ 6 ਜਨਵਰੀ ਨੂੰ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਤਾਂ 8 ਬੰਦੇ ਅਸੀਂ ਉਦੋਂ ਰੈਸਕਿਊ ਕਰਾਏ ਸੀਗੇ। ਹੁਣ ਤੱਕ ਦੇ ਲਈ ਨਹੀਂ, ਤੁਸੀਂ ਬਨੇ ਰਹੋ ਪੰਜਾਬ ਟੁਡੇ ਦੇ ਨਾਲ। ਸਤਿ ਸ਼੍ਰੀ ਅਕਾਲ।